देखो जे ਅਸੀਂ ਕਹਿੰਦੇ ਜਿਹਨੂੰ ਮਾਲ ਦੇ ਨਾਲ ਪਿਆਰ ਹੈ ਨਾ ਉਹ ਰੋਟੀ ਨਾ ਪਾਏ ਭਾਵੇਂ ਜੋ ਮਰਜ਼ੀ ਹੈ ਰੋਟੀ ਦੇ ਵਿੱਚ ਨਾ ਤੁਸੀਂ ਦਲੀਆ ਪਾਓ ਵੰਡਾ ਜਿਹੜਾ ਮਰਜ਼ੀ ਪਾਓ ਖਲ ਪਾਓ ਪਰ ਵਾਂਡੇ ਨੂੰ ਤੁਸੀਂ 8 ਕਿਲੋ ਪਾਓ 4 ਕਿਲੋ ਸਵੇਰ 4 ਕਿਲੋ ਰੋਟੀ ਦਾ ਕੀ ਨੁਕਸਾਨ ਹੈ? ਰੋਟੀ ਦਾ ਨੁਕਸਾਨ ਹੀ ਨੁਕਸਾਨ ਹੈ ਇੱਕ ਤੇ ਰੋਟੀ ਇਕੱਠੀ ਹੋ ਜਾਂਦੀ ਹੈ ਉਹਨੂੰ ਉੱਲੀ ਲੱਗ ਜਾਂਦੀ ਹੈ ਸਹੀ ਹੋ ਗਿਆ। ਉਹ ਕੋਈ ਕਿਹੜਾ ਵੀ ਤੁਹਾਡਾ ਏਡਾ ਬਰਫੋਂ ਦਾ ਜਿਹੜਾ ਉੱਲੀ ਹੋਈ ਰੋਟੀ ਸਾਈਡ ਤੇ ਰੱਖੇਗਾ ਉਹ ਜਿਹੜੀ ਅੰਦਰ ਇਹਦੇ ਜਾਂਦੀ ਉਹ ਸਾਰਾ ਤੇ ਜ਼ਹਿਰ ਜਾਂਦਾ ਵਰਨਾ ਡੰਗਰ ਜਿਹੜਾ ਨਾ ਉਹਨੂੰ ਤੁਸੀਂ ਸਹੀ ਗਜ਼ਾ ਪਾਓ ਸਹੀ ਕਰੋ ਉਹ ਕਦੀ ਗਲਤ ਨਹੀਂ ਹੋਏ ਕਿਸੇ ਦੇ ਘਰ ਰੱਖ ਕੇ ਤਜਰਬੇ ਕਰਨੇ ਕੀ ਆਖਿਆ ਕਿਉਂ ਕਿਸੇ ਨੂੰ ਅੰਧੇਰੇ 'ਚ ਰੱਖ ਦਿਓ ਤੁਸੀਂ ਲੋਕ ਅੰਧੇਰੇ 'ਚ ਰੱਖਦੇ ਹੋ ਉਹਦਾ ਮਤਲਬ ਕਾਰੋਬਾਰ ਨੂੰ ਪੂਰਾ ਅਸੀਂ ਜਾਣਦੇ ਮਾਸ਼ਾਅੱਲਾ ਤਜਰਬਾ ਕੀ ਅਸੀਂ ਇਹਨਾਂ ਨੇ ਜਿਹੜਾ ਇੱਕ ਕਿਸਮ ਦੇ ਕੀੜੇ ਅੱਛਾ ਰਫੀਕ ਸਾਹਿਬ ਦੱਸਿਓ ਕਿ ਜਿਹੜੀ ਮੱਝ ਜਾਂ ਗਾਈ ਹੈ ਇਹਦੀ ਸਭ ਤੋਂ ਨਾਜ਼ੁਕ ਚੀਜ਼ ਕਿਹੜੀ ਹੈ? ਇਹ ਥਣ ਹੁੰਦਾ ਥਣ ਹੁੰਦਾ ਅਗਰ ਥਣ ਖਰਾਬ ਹੋਈਏ ਕਿਸ ਤਰ੍ਹਾਂ ਖਰਾਬ ਹੋ ਸਕਦਾ? ਦੇਖੋ ਮੇਰੀ ਗੱਲ ਸੁਣ ਕੋਈ ਸੱਟ ਲੱਗਦੀ ਹੈ ਠੀਕ ਹੋ ਗਿਆ ਤੇ ਸੱਟ ਦੀ ਵਜ੍ਹਾ ਨਾਲ ਹੋ ਗਿਆ ਜਾਂ ਡੰਗਰ ਬਾਹਰ ਜਾਂਦਾ ਨਾ ਤੇ ਉਹ ਆ ਜਾਂਦਾ ਚੀਰਾ ਜਿਹਾ ਆ ਗਿਆ ਜਾਂ ਕੋਈ ਚੀਜ਼ ਵੀ ਲੱਗ ਜਾਂਦੀ ਤੇ ਫਿਰ ਅੱਗੋਂ ਪੱਕ ਜਾਏ ਨਾ ਤਾਂ ਤੇ ਫਿਰ ਨਹੀਂ ਲੋਕ ਅੱਛਾ ਤੁਸੀਂ ਦੱਸ ਰਹੇ ਹੋ ਕੋਈ ਨਾੜ ਆਈ ਜਾਂਦੀ ਜਾਂ ਗਿਲਟੀ ਵੇਗ ਆਈ ਜਾਂਦੀ ਉਹਦਾ ਕੀ ਇਲਾਜ ਕਰਦੇ ਹੋ? ਆਪਰੇਸ਼ਨ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਉਹਦਾ ਦੇਖ ਲਈ ਤਾਂ ਠੰਡਾ ਅੱਗੋਂ ਸਾਫ ਤੇ ਵੇਖ ਕੇ ਉਹ ਕਰਦੇ ਆਪ ਆਪਰੇਸ਼ਨ ਕਰ ਲੈਂਦੇ ਜੀ ਹੋ? ਆਪ ਕਰ ਇਹ ਕੋਈ ਏਡਾ ਵੱਡਾ ਨਹੀਂ ਕੰਮ ਹੁੰਦਾ। ਕਿਸ ਤਰ੍ਹਾਂ ਕਰਦੇ ਹੋ? ਉਹ ਥੋੜਾ ਜਿਹਾ ਚੀਰਾ ਦੇਣਾ ਪੈਂਦਾ ਚੀਰਾ ਦੇ ਕੇ ਫਿਰ ਉਹਨੂੰ ਉਹ ਸਹੀ ਆ ਜਾਂਦਾ। ਅੱਛਾ ਉਹ ਕਿੰਨੇ ਦੇਰ ਤੱਕ ਠੀਕ ਹੋ ਜਾਂਦਾ? ਇਹ ਤਕਰੀਬਨ ਹਫਤੇ ਦੇ ਵਿੱਚ ਹੋ ਜਾਂਦਾ। ਉਹਦੇ ਦੁੱਧ ਤੇ ਅਸਰ ਤੇ ਨਹੀਂ ਪੈਂਦਾ? ਨਹੀਂ ਕੋਈ ਚੀਜ਼ ਜਿਹੜਾ ਨਾ ਸਭ ਤੋਂ ਨਾਜ਼ੁਕ ਹੁੰਦਾ। ਕਿਉਂ? ਕਿਧਰੇ ਸੱਟ ਮਾਰੋ ਕੋਈ ਏਡੇ ਨਿਮਸੇ ਜਾਂ ਥਾਣੇ ਔਰਤ ਹੈ ਨਾ ਨਹੀਂ ਹੁੰਦਾ ਬ੍ਰੇਕ ਵਾਲਾ ਗੱਡੀ ਦਾ ਬ੍ਰੇਕ ਵਾਲ ਨੂੰ ਲਾਈ ਜਾਂਦੇ ਤਾਂ ਖੂਨ ਜਿਹੜਾ ਨਾ ਰੁਕ ਜਾਂਦਾ। ਅੱਛਾ ਬ੍ਰੇਕ ਵਾਲੀ ਇੱਕ ਐਸੀ ਚੀਜ਼ ਹੁੰਦੀ ਹੈ ਕਦੀ ਵੀ ਇਨਸਾਨ ਨੂੰ ਸੱਟ ਲੱਗ ਜਾਏ ਬ੍ਰੇਕ ਲਾਓ। ਬ੍ਰੇਕ ਆਇਲ? ਜੀ ਬ੍ਰੇਕ ਆਇਲ ਬ੍ਰੇਕ ਆਇਲ ਲਾਏ ਉਹ ਥੰਡ ਤੇ ਉਹ ਰੁਕ ਜਾਂਦਾ ਬਿਲਕੁਲ ਖੂਨ ਜਿਹੜਾ ਨਾ ਜਦ अस्सलाम वालेकुम जी। ਵਾਲੇਕੁਮ ਸਲਾਮ। सर की नाम है ਤੁਹਾਡਾ? ਮੁਹੰਮਦ ਰਫੀਕ। ਮੁਹੰਮਦ ਰਫੀਕ। ਅੱਛਾ ਕਿਹੜੀ ਜਗ੍ਹਾ ਜੀ ਸਾਰੇ ਵਾਲੀ? ਅਮੀਂਦਰਬਾਦ। ਅੱਛਾ ਤੁਹਾਨੂੰ ਵੇਖ ਕੇ ਪਤਾ ਚੱਲ ਗਿਆ ਕਿ ਮੱਝ ਵੇਖੋ ਮੇਰੀ ਗੱਲ ਸੁਣ ਸਾਡਾ ਇਹ ਪੂਰਾ ਕਾਰੋਬਾਰ ਨੂੰ ਪੂਰਾ ਅਸੀਂ ਜਾਣਦੇ ਮਾਸ਼ਾਅੱਲਾ ਤਜਰਬਾ ਹੈ। ਤਜਰਬਾ ਕੀ ਅਸੀਂ ਇਹਨਾਂ ਨੇ ਜਿਹੜਾ ਨਾ ਇੱਕ ਕਿਸਮ ਦੇ ਕੀੜੇ ਜ਼ਿੰਦਾਬਾਦ ਵੈਰੀ ਗੁੱਡ ਜ਼ਬਰਦਸਤ ਗੱਲ ਦੱਸੀ ਤੁਸੀਂ ਕਿ ਤੁਸੀਂ ਕੋਈ ਵੀ ਮੱਝ ਨੂੰ ਮਸਲਾ ਹੈ ਤੁਹਾਨੂੰ ਵੇਖ ਕੇ ਪਤਾ ਚੱਲ ਜਾਂਦਾ। ਯਾਰ ਸੂਦਕ ਅਸੀਂ ਰਹਿਣ ਨੂੰ ਸੂਦਕ ਹੋਈ ਹੈ ਨਾ ਹਾਂਜੀ ਤੇ ਜਿਸ ਸਮੇਂ ਸਾਡੀ ਹੁਣ ਮਈ ਸੂਈ ਇਹਨਾਂ ਨੂੰ ਅਸਾਂ ਦੋ ਦਿਨ ਟਾਈਮ ਨਾਲ ਉਹਨੂੰ ਪਾਣੀ ਅਸਾਂ ਬਾੜੀਆਂ 'ਚ ਪਿਲਾਣਾ। ਜਦੋਂ ਮਈ ਸੌਂਦੀ ਹੈ ਇਹਨਾਂ ਨੂੰ ਪਿਆਸ ਬੜੀ ਲੱਗਦੀ ਹੈ ਜੋ ਪਿਆਸ ਲੱਗਦੀ ਹੈ ਤੇ ਇਹਨੂੰ ਬਾਲਟੀ ਦੇ ਨਾਲ ਹੀ ਪਾਣੀ ਅਸੀਂ ਇੱਕ ਬਾਲਟੀ ਬਣਾਉਣੀ ਫਿਰ ਕੋਈ ਅੱਧੇ ਘੰਟੇ ਬਾਅਦ ਫਿਰ ਬਾਲਟੀ ਉਹਨੂੰ ਯਕਦਮ ਪਾਣੀ ਨਹੀਂ ਪਿਲਾਉਣਾ। ਸੂਦਕ ਜਿਹੜਾ ਹੁੰਦਾ ਨਾ ਇਹ ਹੁੰਦਾ ਜਿਸ ਸਮੇਂ ਯਕਦਮ ਪਾਣੀ ਪੀਂਦੀ ਹੈ ਨਾ ਤੇ ਉਹ ਅੰਦਰ ਉਹਦਾ ਗਲਤ ਹੋ ਜਾਂਦਾ ਉਹਨੂੰ ਸੂਦਕ ਹੋ ਜਾਂਦਾ। ਸੂਦਕ ਹੋ ਜਾਂਦਾ ਡਾਕਟਰ ਨੂੰ ਬੁਲਾਣਾ ਡਾਕਟਰ 5-5000 ਰੁਪਇਆ ਲੈ ਜਾਂਦੇ ਨੇ ਹੁੰਦਾ ਤਾਂ ਕੰਮ ਕੀ ਹੈ 100-150 ਰੁਪਏ ਦਾ। ਕੀ ਇਲਾਜ ਕਰਦੇ ਹੋ? ਉਹ ਸਨੈਰੀ ਹੁੰਦੀ ਹੈ ਸੂਦਕ ਦੀ ਬੋਤਲ ਹੁੰਦੀ ਅੱਛਾ ਉਹ ਮੈਡੀਕਲ ਸਟੋਰ ਤੋਂ ਲੱਭ ਜਾਂਦੀ। ਅੱਛਾ ਉਹ ਸਾਡਾ ਇਹ ਲਾਣਾ ਹੁੰਦਾ ਨਸ ਦੇ ਵਿੱਚ ਉਸ ਅਸੀਂ ਜਿਹੜਾ ਅਸੀਂ ਬੰਡੋਲ ਫੜ ਕੇ ਜਿਸਮ ਨਸ ਨੂੰ ਹੱਥ ਮਾਰੀਏ ਫਿਰ ਸਾਨੂੰ ਪਤਾ ਅਸੀਂ ਸੂਈ ਮਾਰਨੀ ਨਸ ਦੇ ਵਿੱਚ ਟੀਕਾ ਲੱਗਦਾ ਜਿਸਮ ਦਾ ਖੂਨ ਨਿਕਲਣਾ ਡੈ ਪਏ ਨਾਲ ਹੀ ਡ੍ਰਿਪ ਲਾ ਦੇ ਕਿ ਉਹ ਸਾਡੀ ਉਹ ਜਿਹੜੀ ਡ੍ਰਿਪ 150-200 ਦੀ ਹੋਣੀ ਹੈ ਉਹ ਦੂਜੇ ਕੋਲ ਹੋਣਾ 5000-4000 ਮੁੰਨ ਕੇ ਲੈ ਜਾਂਦਾ। ਲੇਕਿਨ ਹਰ ਬੰਦਾ ਗੱਲ ਨਹੀਂ ਜਾਣਦਾ ਇੱਕ ਵਾਰੀ ਫਿਰ ਤਫਸੀਲਾਂ ਦੱਸਿਓ ਕਿ ਸੂਦਕ ਹੋ ਕਿਸ ਤਰ੍ਹਾਂ ਜਾਂਦਾ ਤਾਂ ਇਲਾਜ ਕਿਸ ਤਰ੍ਹਾਂ ਕਰਨਾ? ਸੂਦਕ ਹੁੰਦਾ ਦੋ ਕਿਸਮ ਦਾ। ਅੱਛਾ ਇੱਕ ਮਈ ਜਿਹੜੀ ਯਕਦਮ ਪਾਣੀ ਪੀਂਦੀ ਹੈ ਠੀਕ ਹੈ ਜਾਂ ਪਾਣੀ 'ਚ ਬਹਿ ਜਾਵੇ ਉਹਦੇ ਨਾਲ ਸੂਦਕ ਹੋ ਜਾਂਦਾ ਠੀਕ ਹੈ ਤੇ ਇੱਕ ਮਈ ਜਿਸਮ ਸੁੰਦੀ ਹੈ ਨਾ ਇਹਨੂੰ ਖਾਲੀ ਨਹੀਂ ਕਰਨਾ ਚਾਹੀਦਾ ਪੂਰਾ ਤਕਰੀਬਨ ਅੱਧਾ ਕਿਲੋ ਦੁੱਧ ਇਹਦਾ ਥਣਾ ਚ ਰਹਿਣਾ ਚਾਹੀਦਾ। ਵੈਰੀ ਗੁੱਡ। ਔਰ ਘੱਟ ਤੋਂ ਘੱਟ ਵੀ ਜਿਹੜਾ ਨਾ 2-3 ਦਿਨ ਜਿਹੜਾ ਨਾ ਚੋਵੋ ਤੇ ਥੋੜਾ ਧਾਰਾਂ ਲੈਣੀਆਂ ਚਾਹੀਦੀਆਂ ਕਿਉਂ ਸੁਮਾ ਦੇ ਜ਼ਰੀਏ ਵੀ ਵਾਹ ਪੈ ਜਾਂਦੀ ਵਾਹ ਪੈਂਦੀ ਸੂਦਕ ਹੋ ਜਾਂਦਾ। ਉਹਦਾ ਇਲਾਜ ਤੁਸੀਂ ਦੱਸ ਦਿੱਤਾ ਕਿ ਉਹਨੂੰ ਜੀ ਉਹਨੂੰ ਲੱਗਦੀ ਡ੍ਰਿਪ ਹੈ। ਅੱਛਾ ਡ੍ਰਿਪ ਬਗੈਰ ਉਹ ਸਹੀ ਨਹੀਂ ਹੋਏਗੀ। ਇੱਕ ਗੱਲ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਕੁਝ ਲੋਕ ਗੰਦਾ ਪਾਣੀ ਪਿਲਾਉਂਦੇ ਨੇ ਮੱਝਾਂ ਨੂੰ ਤੁਹਾਡੀ ਕੀ ਰਾਏ ਵੇ? ਕਿਉਂਕਿ ਮੇਰੀ ਗੱਲ ਸੁਣੋ ਕਿ ਜਿਹੜਾ ਨਾ ਗੰਦੇ ਪਾਣੀ ਦੇ ਵਿੱਚ ਹੁੰਦੀ ਹੈ ਜੋਕਾਂ ਹੁੰਦੀਆਂ ਨੇ ਪਾਣੀ ਢੱਕਿਆ ਹੁੰਦਾ ਹੈ ਕੀ ਕਹਿੰਦੇ ਉਹਦੇ 'ਚ 100 ਬਿਮਾਰੀ ਹੁੰਦੀ ਪਾਣੀ ਜਿਹੜਾ ਨਾ ਸਾਫ਼ ਹੀ ਪਿਲਾਉਣਾ ਚਾਹੀਦਾ। ਬਾਕੀ ਜਿਹੜਾ ਪਾਣੀ ਰੁੜਦਾ ਹੁੰਦਾ ਨਾ ਦਰਿਆਵਾਂ ਦਾ ਜਾਂ ਐਕ ਦਾ ਉਹ ਪਾਣੀ ਜਿਹੜਾ ਉਹ ਸਾਫ਼ ਉਹ ਵੀ ਤਕਰੀਬਨ ਠੀਕ ਹੈ ਕੀ ਕਹਿੰਦੇ ਤੇ ਤੁਸੀਂ ਘਰ ਬੰਦੇ ਮੋਟਰ ਸ਼ੋਟਰ ਚਲਾ ਕੇ ਤਾਜ਼ਾ ਪਾਣੀ ਤੁਸੀਂ ਜੀ ਅਸਾਂ ਮੇਰੀ ਗੱਲ ਸੁਣੋ ਕਿ ਉਹ ਮਾਰਿਆ ਜਗ੍ਹਾ ਨਾ ਸਾਡੀ ਹੈ ਥੱਲੇ ਵੇਰ ਨਹੀਂ ਅੱਛਾ ਤੇ ਇਹਦੀ ਵਜ੍ਹਾ ਨਾਲ ਅਸਾਂ ਟੱਪ ਰੱਖਿਆ ਹੈ ਠੀਕ ਹੈ ਉਹ ਅਸੀਂ ਇੱਕ ਕਰਕੇ ਉਹਨਾਂ ਨੂੰ ਪਿਲਾ ਲੈਂਦੇ ਹਾਂ ਕੀ ਕਹਿੰਦੇ ਇਹ ਸਾਡੇ ਦੋ ਤੇ ਟੱਪ ਨੇ ਕਰਾਚੀ। ਅੱਛਾ ਠੀਕ ਹੈ ਇਹ ਤੇ ਜਿਹੜੇ ਨਾ ਵੱਡੇ ਟੱਪ ਸਾਡੇ ਹੁੰਦੇ ਨੇ ਇਹ ਇੱਕ ਅਸੀਂ ਲਿਆ ਸਾਂ ਦੂਜੇ ਅਸੀਂ ਵੇਚ ਆਏ ਸੀ। ਬਿਮਾਰੀ ਜਿਹੜੀ ਹੈ ਨਾ ਉਹ ਇਹ ਲੋਕ ਪਾਉਂਦੇ ਨੇ ਰੋਟੀਆਂ ਕੀ ਆਖੇ ਅਸੀਂ ਕਹਿੰਦੇ ਹਾਂ ਅਸੀਂ ਬੜੀ ਸੇਵਾ ਕਰਨੇ ਆ ਉਹ ਕਰਨੇ ਆ
ਜਿਹੜਾ ਬੰਦਾ ਮਾਲ ਦੀ ਜਿਹਨੂੰ ਪਿਆਰ ਹੈ ਨਾ ਮਾਲ ਦੇ ਨਾਲ, ਉਹ ਕਦੀ ਰੋਟੀ ਨਾ ਪਾਵੇ। ਅੱਛਾ ਰੋਟੀ ਇਸ ਮਾਲੇ ਨਾ ਪਾਵੇ। ਵੇਖੋ ਕਬਾੜੀਆਂ ਨੇ ਇਕੱਠੀ ਕਰਨੀਆਂ ਨੇ, ਕਬਾੜੀਆਂ ਦੇ ਵਿੱਚ ਲੋਹਾ ਵੀ ਇਕੱਠਾ ਕਰਨਾ ਹੈ, ਕੀ ਕਹਿੰਦੇ ਉਹਦੇ 'ਚ ਸ਼ੀਸ਼ਾ ਵੀ ਆ ਜਾਂਦਾ, ਉਹਦੇ 'ਚ ਸ਼ੀਸ਼ਾ ਵੀ ਆਉਂਦਾ, ਉਹਦੇ 'ਚ ਉੱਲੀ ਵੀ ਲੱਗੀ ਹੁੰਦੀ ਹੈ, ਸੂਈ ਵੀ ਆਉਂਦੀ ਹੈ। ਬਾਅਦ ਦੇ ਦਫ਼ਤਰਾਂ 'ਚ ਪਿੰਨਾਂ ਲਾਈਆਂ ਹੁੰਦੀਆਂ ਨੇ ਛੋਟੀ ਜੀ ਛੋਟੀਆਂ, ਜੀ ਸੂਈ ਵੀ ਆਉਂਦੀ ਹੈ, ਹੱਡੀ ਵੀ ਆਉਂਦੀ ਹੈ, ਕੀ ਕਹਿੰਦੇ ਉਹਦੇ 'ਚ ਕਾਫੀ ਸਟੀਲ ਵੀ ਹੁੰਦਾ ਹੈ। ਅਸਾਂ ਲੋਕਾਂ ਨੇ ਇੱਕ ਵਾਰੀ ਸਾਡੇ ਸਨ ਕਹਿਣ ਲੱਗਿਆ ਰੋਟੀਆਂ ਪਾਈਏ ਜੇ ਹੋਵੇ, ਅਸਾਂ ਕਿਹਾ ਰੋਟੀਆਂ ਵਾਲੇ ਪਾਸੇ ਨਾ ਜਾਓ, ਤੇ ਪਾਣੀਆਂ ਦੇ ਤੁਸੀਂ ਮਗਨਾਤੀਸ ਲੈ ਉਹਨਾਂ ਰੋਟੀਆਂ ਖਿਲਾਰਨੀਆਂ ਵਿੱਚ ਮਗਨਾਤੀਸ ਲਾਣਾ। ਬੰਦਾ ਇੱਕ ਬਗਾਦਾ ਉਹਨਾਂ ਰੱਖਿਆ, ਜ਼ਬਰਦਸਤ ਬੰਦਾ ਉਹਨਾਂ ਰੱਖਿਆ, ਉਹ ਮਗਨਾਤੀਸ ਦੇ ਲੋਹੇ ਨੂੰ ਤੇ ਖਿੱਚ ਲਿਆ, ਸਟੀਲ ਨੂੰ ਤੇ ਨਹੀਂ ਚੁੱਕ ਸਕਦਾ, ਸ਼ੀਸ਼ੇ ਨੂੰ ਤੇ ਨਹੀਂ ਚੁੱਕ ਸਕਦਾ, ਹੱਡੀ ਨੂੰ ਨਹੀਂ ਚੁੱਕ ਸਕਦਾ। ਠੀਕ ਹੈ। ਉਹ ਫਿਰ ਉਹਨਾਂ ਦੀਆਂ ਮਈਆਂ ਤਕਰੀਬਨ 8-10 ਮਈਆਂ ਯਕਦਮ ਬਹਿ ਗਈਆਂ। ਉਹ ਜਿਸ ਟਾਈਮ ਬਹਿ ਗਈਆਂ ਉਹ ਕਸਾਈਆਂ ਨੂੰ ਉਹਨਾਂ ਦਿੱਤੀਆਂ ਲਾਲ ਕਰਾਈਆਂ ਉੱਥੇ ਉਹਨਾਂ ਨੇ ਮਈਆਂ ਜਿਸ ਟਾਈਮ ਉਹਨਾਂ ਖੋਲਿਆ ਤੇ ਉਜਰੀ ਦੇ ਵਿੱਚ ਐਨੇ ਨੇ ਕਿੱਲ ਤੇ ਸੂਈਆਂ, ਹੱਡੀ, ਸ਼ੀਸ਼ਾ, ਕਿਉਂ ਇਹ ਜਾਨਵਰ ਦੇ ਜਿਸ ਟਾਈਮ ਵੱਡਾ ਪੈਂਦਾ ਹੈ ਨਾ, ਰੋਟੀ ਪਾਉਂਦੇ ਨੇ ਵੱਡੇ ਦੇ ਵਿੱਚ। ਅੱਛਾ, ਰੋਟੀ ਜਿਹੜੀ ਇਹ ਲੋਕ ਪੁੱਜ ਕੇ ਪਾਉਂਦੇ ਨੇ, ਯਾਨੀ ਲੋਕਾਂ ਦੇ ਘਰੋਂ ਜਿਹੜੇ ਜਿਨ੍ਹਾਂ ਡੰਗਰ ਨਹੀਂ ਰੱਖੇ ਹੁੰਦੇ ਉਹਨਾਂ ਕੋਲ ਵੀ ਮੰਗ ਕੇ ਪਾਉਂਦੇ ਨੇ ਕਿ ਰੋਟੀਆਂ ਰੱਖਣੀਆਂ ਜਿਹੜੀਆਂ ਬਚ ਜਾਣ। ਤੁਹਾਡੀ ਕੀ ਰਾਏ ਇਹਦੇ ਬਾਰੇ 'ਚ? ਵੇਖੋ ਜੇ ਅਸੀਂ ਕਹਿੰਦੇ ਜਿਹਨੂੰ ਮਾਲ ਦੇ ਨਾਲ ਪਿਆਰ ਹੈ ਨਾ, ਉਹ ਰੋਟੀ ਨਾ ਪਾਏ, ਭਾਵੇਂ ਜੋ ਮਰਜ਼ੀ ਹੈ। ਰੋਟੀ ਦੇ ਵਿੱਚ ਨਾ ਤੁਸੀਂ ਦਲੀਆ ਪਾਓ, ਵੰਡਾ ਜਿਹੜਾ ਮਰਜ਼ੀ ਪਾਓ, ਖਲ ਪਾਓ, ਪਰ ਵਾਂਡੇ ਨੂੰ ਤੁਸੀਂ 8 ਕਿਲੋ ਪਾਓ, 4 ਕਿਲੋ ਸਵੇਰ 4 ਕਿਲੋ ਸ਼ਾਮ। ਰੋਟੀ ਦਾ ਕੀ ਨੁਕਸਾਨ ਹੈ? ਰੋਟੀ ਦਾ ਨੁਕਸਾਨ ਹੀ ਨੁਕਸਾਨ ਹੈ। ਇੱਕ ਤੇ ਰੋਟੀ ਇਕੱਠੀ ਹੋ ਜਾਂਦੀ ਹੈ, ਉਹਨੂੰ ਉੱਲੀ ਲੱਗ ਜਾਂਦੀ ਹੈ। ਸਹੀ ਹੋ ਗਿਆ। ਉਹ ਕੋਈ ਕਿਹੜਾ ਵੀ ਤੁਹਾਡਾ ਐਡਾ ਬਰਖੁਰਦਾਰ ਜਿਹੜਾ ਉੱਲੀ ਹੋਈ ਰੋਟੀ ਸਾਈਡ ਤੇ ਰੱਖੇਗਾ, ਉਹ ਜਿਹੜੀ ਅੰਦਰ ਇਹਦੇ ਜਾਂਦੀ ਹੈ ਉਹ ਸਾਰਾ ਤੇ ਜ਼ਹਿਰ ਜਾਂਦਾ। ਠੀਕ ਹੈ। ਦੇਖੋ ਮੇਰੀ ਗੱਲ ਸੁਣ, ਰੋਟੀ ਜਿਹੜੀ ਇਹਨਾਂ ਕਬਾੜੀਆਂ ਇਕੱਠੀ ਕਰਨੀਆਂ, ਕੋਈ ਤੁਹਾਡੇ ਇੱਕ ਜਗ੍ਹਾ ਨਹੀਂ ਇਕੱਠੀ ਹੁੰਦੀ। ਤੁਹਾਡਾ 2 ਕਿਲੋ ਬਚ ਗਈ, ਕਿਸੇ ਕਿਲੋ ਦੇ ਦਿੱਤੀ, ਕਿਸੇ ਕੁਝ ਹੱਡੀਆਂ ਜਿਸ ਟਾਈਮ ਬੁੱਢੀਆਂ ਹੁੰਦੀਆਂ ਨਾ, ਤਾਂ ਰੋਟੀ ਜਿਸ ਟਾਈਮ ਇਕੱਠੀ ਕਰਦੀਆਂ ਤੇ ਉਹ ਇੱਕ ਜਗ੍ਹਾ ਹੀ ਜਮ੍ਹਾਂ ਕਰੀ ਜਾਂਦੀਆਂ, ਪਿੱਛੇ ਛਾਪੇ ਰਿਹਾ ਹੱਡੀ ਬਾਹਰ ਨਹੀਂ ਕੋਈ ਸੁੱਟਦਾ, ਉਹਦੇ ਵਿੱਚ ਹੀ ਹੱਡੀ ਜਮ੍ਹਾਂ ਹੋ ਜਾਂਦੀ ਹੈ। ਫਿਰ ਜਿਵੇਂ ਝਾੜੂ ਮਾਰਦੇ ਨੇ, ਕੀ ਕਹਿੰਦੇ ਉਹਦੇ ਵਿੱਚ ਨੇ ਕਬਾੜੀਆ ਲੋਹਾ ਵੀ ਖਰੀਦ, ਉਹਦੇ 'ਚ ਸ਼ੀਸ਼ਾ ਵੀ ਉਹ ਖਰੀਦ, ਉਹਦੇ ਵਿੱਚ ਜਿਹੜੇ ਉਹਨਾਂ ਨੇ ਜ਼ਰਾ ਜਿਹੜੇ ਨਾ ਟੁੱਟ ਜਾਂਦੇ, ਜਿਸ ਟਾਈਮ ਅੰਦਰ ਟੁੱਟ ਜਾਂਦੇ ਨੇ ਤੇ ਇਹਦਾ ਮੇਜ਼ਾ ਜਿਹੜਾ ਨਾ ਸਭ ਤੋਂ ਜ਼ਿਆਦਾ ਖਰਾਬ ਹੋ ਜਾਂਦਾ। ਜਦੋਂ ਉਹ ਖਰਾਬ ਹੁੰਦਾ ਮੈਨੂੰ ਬਿਮਾਰੀ ਸ਼ੁਰੂ ਹੋ ਜਾਂਦੀ। ਵਰਨਾ ਡੰਗਰ ਜਿਹੜਾ ਨਾ ਉਹਨੂੰ ਤੁਸੀਂ ਸਹੀ ਗਜ਼ਾ ਪਾਓ, ਸਹੀ ਕਰੋ, ਉਹ ਕਦੀ ਗਲਤ ਨਹੀਂ ਹੋਏ। ਹੁਣ ਤਕਰੀਬਨ ਮੈਂ 4 ਮਹੀਨੇ ਪਹਿਲਾਂ ਕਰਾਚੀ ਗਿਆ, ਉਹ ਇੱਕ ਬੰਦਾ ਸਾਡੇ ਕੋਲ ਸੀ, ਉਹ ਜਿਸ ਟਾਈਮ ਤੱਕ ਗਿਆ ਉਹਨੂੰ ਆਖਿਆ ਹੋਇਆ ਕੀ ਹੋਇਆ, ਉਹਦੇ ਪੁੱਤਰ ਨੇ ਨੁਕਸਾਨ ਕੀਤਾ ਤੇ ਉਹ ਠੀਕ ਸੀ, ਮੈਂ ਉਹ ਦਿਲ ਦੇ ਪਾਏਗਾ ਤੇ ਤੁਰ ਜਾਏਗਾ। ਜਿਹੜਾ ਹੋਣਾ ਸੀ ਉਹ ਹੋ ਗਿਆ। ਇਹ ਹਜ਼ਾਰਾਂ ਆਦਮੀਆਂ ਦੇ ਵਿੱਚੋਂ ਕੋਈ ਆਦਮੀ ਸੋਚਦਾ ਜਿਹੜਾ ਹੋ ਗਿਆ ਮੌਲਾ ਫਿਰ ਦੇ ਦੇਗਾ, ਤੇ ਬੰਦੇ ਟੈਨਸ਼ਨ ਲੈ ਜਾਂਦੇ। ਟੈਨਸ਼ਨ ਜਿਹੜੀ ਹੈ ਨਾ ਸਭ ਤੋਂ ਵੱਡੀ ਇਨਸਾਨ ਦੀ ਬਿਮਾਰੀ ਹੈ। ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਫਾਰਮਰ ਨੇ, ਜਿਹੜੇ ਮੱਝਾਂ ਪਾਲਦੇ ਨੇ, ਉਹਨਾਂ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ, ਉਹ ਅੱਲਾਹ ਤੋਂ ਤਵੱਕਲ ਤੇ ਮਾਲ ਵਾਲਾ ਨਹੀਂ, ਮਾਲ ਵਾਲੇ ਨੂੰ ਤੇ ਮੈਂ ਮੌਲਾ ਰੋਜ਼ ਦਿੰਦਾ। ਬਿਲਕੁਲ। ਇੱਥੇ ਮਈ ਗਲਤ ਹੋ ਵੀ ਜਾਂਦੀ ਹੈ। ਇੱਕ ਮਈ ਆਈ, ਉਹ ਸਾਡੀ ਬਿਲਕੁਲ ਮਈ ਤਿਆਰ ਹੋਈ, ਬੱਚੇ ਸਾਡੇ ਨੇ ਮਈ ਖੋਲ ਕੇ ਬਾਹਰ ਲੈ ਗਿਆ, ਉਹਨੂੰ ਕੁਦਰਤੀ ਨਜ਼ਰ ਲੱਗ ਗਈ ਜਾਂ ਜੋ ਵੀ ਹੋ ਗਿਆ, ਚੰਗੀ ਮਈ ਸਾਡੀ। ਉਹ ਜਿਸ ਟਾਈਮ ਆ ਗਈ ਤੇ ਮਈ ਦਾ ਬੱਚਾ ਅੰਦਰ ਗਲਤ ਹੋ ਗਿਆ, ਛੋਟੀ ਜੀ ਗਲਤ ਹੋ ਗਿਆ ਤੇ ਉਹ ਕਹਿਣ ਲੱਗਾ ਕਿ ਬਾਲ ਵੀ ਘੱਟ ਲੰਬੇ। ਉਹ ਮੈਂ ਜਿਸ ਟਾਈਮ ਉਹਨੂੰ ਬੱਚੇ ਨੂੰ ਆ ਕੇ ਮੈਂ ਮਈ ਤੇਰੀ ਗਲਤ ਹੋ ਗਈ, ਬੱਚਾ ਅੰਦਰ ਮਰ ਗਿਆ। ਕੁਦਰਤੀ ਡਾਕਟਰ ਤੇ ਕਿਸੇ ਨੂੰ ਬੁਲਾਓ ਡਾਕਟਰ ਨੂੰ। ਡਾਕਟਰ ਨੇ ਆਖਿਆ ਇਹਨੇ ਟੀਕੇ ਲਾਓ। ਡਾਕਟਰ ਜੀ ਕਿਹੜਿਆਂ ਨੂੰ ਕਹਾਣੀ ਸੁਣਾਉਂਦੇ ਹੋ, ਇਹ ਹਿਸਾਬ ਸੁਣੀ ਦੀਆਂ ਗੱਲ ਕਰ ਤੂੰ। ਮੈਂ ਉਹ ਚੁੱਪ ਕਰਕੇ ਕਸਾਈ ਨੂੰ ਬੁਲਾਉਣਾ ਨਾ ਵੇਖ ਮੇਰੀ 2 ਲੱਖ ਦੀ ਹੈ ਤੇ ਇਹਨੂੰ ਵੇਚਣ ਵਾਲੀ ਗੱਲ ਕਰਦਿਆਂ ਕਰਾਂਦਿਆਂ ਸਭ 50,000 ਰੁਪਏ ਦੀ ਕਸਾਈ ਨੂੰ ਦਿੱਤੀ। ਉਹ ਕਦੇ ਇੱਕ ਹੋਰ ਵਪਾਰੀ ਆ ਗਿਆ, ਉਹਨੇ ਆਖਿਆ ਨਹੀਂ ਇਹਨੂੰ ਫਲਾਣੇ ਟੀਕੇ ਲਾਓ, ਉਹਨੂੰ ਆਖਿਆ ਮੇਰੀ ਗੱਲ ਸੁਣ, ਕਸਾਈ 50 ਦਿੰਦਾ, ਤੂੰ ਵੀ 50 ਦੇ, ਤੇ ਤੂੰ ਇਹ ਤੇ ਆਪਣਾ ਜਿਹੜਾ ਨਾ ਜ਼ਮਾ ਤਜਰਬਾ ਹੈ ਤੇ ਤੂੰ ਜ਼ਮਾ। ਉਹ ਕਿਸੇ ਦੇ ਘਰ ਰੱਖ ਕੇ ਤਜਰਬੇ ਕਰਨੇ ਕੀ ਆਖਿਆ, ਕਿਉਂ ਕਿਸੇ ਨੂੰ ਅੰਧੇਰੇ 'ਚ ਰੱਖ ਦਿਓ, ਤੁਸੀਂ ਲੋਕ ਅੰਧੇਰੇ 'ਚ ਰੱਖਦੇ ਹੋ, ਉਹਦਾ ਮਤਲਬ ਜਾਂ ਤਾਂ ਤੂੰ ਲਾ 50,000 ਮਨ ਸਾਨੂੰ ਬਣਾ ਮਈ ਦੇ ਤਜਰਬਾ ਕਰ, 2 ਲੱਖ ਨੂੰ ਬਚਾ ਜੀ। ਠੀਕ ਹੈ ਜੀ ਰਫੀਕ ਸਾਹਿਬ, ਬਹੁਤ ਮਿਹਰਬਾਨੀ, ਜਜ਼ਾਕੱਲਾ ਜੀ। ਆਪ ਹੀ ਕੌਣ ਜੋ ਸੇ ਤੁਹਾਡੇ ਕੋਲ ਸਿੰਧੀ ਮੱਝਾਂ ਕਿੰਨੀਆਂ ਨੇ? ਇਹ ਤਕਰੀਬਨ ਜੇ ਮਾਲ ਕੋਈ ਇੱਥੇ 25-26 ਮਾਲ ਹੈ। ਅਗਰ ਇਹਨਾਂ ਦੇ ਵਿੱਚ ਤੁਹਾਂ ਸੰਡਾ ਵੀ ਰੱਖਿਆ ਸਿੰਧੀ ਜੀ, ਫਿਰ ਠੀਕ ਹੈ। ਉਹੀ ਪੁੱਛਣਾ ਚਾਹ ਰਿਹਾ ਨਹੀਂ ਅਸੀਂ ਨਸਲ ਆਪਣੀ ਸਾਰੀ ਉੱਥੇ ਦੀ ਲੈਂਦੀ ਸੀ। ਤੇ ਸਿੰਧੀ ਬੱਚਾ ਵੀ ਨਹੀਂ ਵੇਚਦੇ ਤੁਸੀਂ? ਜੀ ਨਹੀਂ, ਸਿੰਧੀ ਅਸਾਂ ਜਿਹੜੀਆਂ ਨਾ ਕੱਟੀਆਂ ਆਸਾਂ ਰੱਖੀ ਦੀਆਂ ਨੇ, ਕੱਟੇ ਜਿਹੜੇ ਨਾ ਹੁਣ ਅਸਾਂ ਆਪਣੀ ਬਰਾਦਰੀ ਨੂੰ ਆਸਾ ਕਰਾਸ ਦਿੰਦੇ ਜਾਣੇ ਅਸਾਂ ਕਿ ਯਾਰ ਚਲੋ ਇਹਨਾਂ ਤੁਸੀਂ ਪਾਲੋ, ਚਲੋ ਐ ਹੋ ਜਾਂਦਾ। ਅੱਛਾ, ਤੁਹਾਡੇ ਕੋਲ ਕੋਈ ਸਿੰਧੀ ਤੇ ਪੰਜਾਬੀ ਕ੍ਰਾਸ ਵੀ ਹੈ ਮੱਝ? ਜੀ ਕਰਾਸ ਵਿੱਚ ਇੱਧਰ ਕੋਈ ਨਹੀਂ।
ਯਾਨੀ ਕਿਉਂ ਤੁਹਾਂ ਸੰਡਾ ਤੇ ਰੱਖਿਆ ਲੇਕਿਨ ਕੋਈ ਕ੍ਰਾਸ ਵਿੱਚ ਹੈ ਕਿ ਨਹੀਂ? ਨਹੀਂ ਨਹੀਂ ਅੱਛਾ ਠੀਕ ਹੈ। ਉਹ ਹੈ ਜਿਹੜਾ ਕੁਛ ਕਰਾਸ ਦੇ ਵਿੱਚ ਇਹ ਉਧਰ ਦਾ ਹਿਸਾਬ ਨਸਲਾਂ ਦੇ ਹਿਸਾਬ ਨਾਲ ਹੁੰਦਾ। ਸਿੰਧ ਦਾ ਮਾਲ ਵੀ ਜਿਹੜਾ ਨਾ ਵੱਖੋ ਵੱਖ ਹਿਸਾਬ ਦਾ। ਅੱਛਾ ਜ਼ਿਆਦਾਤਰ ਤੇ ਮਾਲ ਜਿਹੜਾ ਨਾ ਜਿਹੜਾ ਚੰਗਾ ਹੈ ਇਹ ਮਾਲ ਤਕਰੀਬਨ ਹੈਦਰਾਬਾਦ ਤੋਂ ਇਸ ਸਾਈਡ ਤੇ ਆ ਜਾਂਦਾ। ਹੂੰ ਉਧਰ ਤੇ ਮਾਲ ਬਹੁਤ ਚੰਗਾ।